ਮੇਰੇ ਪੇਪਰ ਦਾ ਵਿਸ਼ਾ ਹੈ ਪੰਜਾਬੀ ਵਿੱਚ ਲੋਕ ਚਿਕਿਤਸਾ ਦਾ ਅਧਿਐਨ, ਪਰੰਪਰਾ ਅਤੇ ਸਮਕਾਲ। ਸਭ ਤੋਂ ਪਹਿਲਾ ਪੜਾਅ ਜਿਹੜਾ ਉਹਦੇ 'ਚ ਮੁੱਢਲੀਆਂ ਧਾਰਨਾਵਾਂ ਅਤੇ ਜਾਣ ਪਛਾਣ ਦਾ ਪੜਾਅ ਕਿਹਾ ਜਾ ਸਕਦਾ ਹੈ, ਜਿਸ ਵਿੱਚ ਡਾਕਟਰ ਕਰਨੈਲ ਸਿੰਘ ਥਿੰਦ, ਡਾਕਟਰ ਗਿਆਨ ਸਿੰਘ, ਡਾਕਟਰ ਨਾਰ ਸਿੰਘ ਅਤੇ ਭੁਪਿੰਦਰ ਸਿੰਘ ਖਹਿਰਾ ਦੇ ਨਾਂ ਲਏ ਜਾ ਸਕਦੇ ਨੇ। ਇਸ ਵਿੱਚ ਡਾਕਟਰ ਕਰਨੈਲ ਸਿੰਘ ਥਿੰਦ, ਡਾਕਟਰ ਨਾਰ ਸਿੰਘ ਅਤੇ ਡਾਕਟਰ ਭੁਪਿੰਦਰ ਸਿੰਘ ਖਹਿਰਾ ਦੁਆਰਾ ਜਿਹੜੇ ਖੋਜ ਕਾਰਜ ਕੀਤੇ ਗਏ ਨੇ ਲੋਕ ਚਿਕਿਤਸਾ ਬਾਬਤ ਕੇਵਲ ਵੇਰਵੇ ਮਿਲਦੇ ਹਨ, ਜਦੋਂ ਕਿ ਗਿਆਨ ਸਿੰਘ ਦੇ ਖੋਜ ਕਾਰਜ ਵਿੱਚ ਮੁੱਢਲੇ ਸਿਧਾਂਤਕ ਚੌਕਟੇ ਦੀਆਂ ਕਨਸੂਆਂ ਪ੍ਰਾਪਤ ਹੁੰਦੀਆਂ ਹਨ। ਇਸ ਤੋਂ ਅਗਲਾ ਪੜਾਅ ਡਾਕਟਰ ਗੁਰਮੀਤ ਸਿੰਘ ਦੇ ਖੋਜ ਕਾਰਜ ਨਾਲ ਸ਼ੁਰੂ ਹੁੰਦਾ ਹੈ। ਇਸ ਪੜਾਅ ਉੱਪਰ ਪੰਜਾਬੀ ਲੋਕ ਧਾਰਾ ਅਧਿਐਨ ਅੰਦਰ ਲੋਕ ਚਿਕਿਤਸਾ ਅਧਿਐਨ ਦੇ ਮਹੱਤਵਪੂਰਨ ਅਤੇ ਸੁਤੰਤਰ ਖੇਤਰ ਵਜੋਂ ਸਥਾਪਿਤ ਹੁੰਦਾ ਹੈ। ਇਸ ਪ੍ਰਸੰਗ ਵਿੱਚ ਤੀਜਾ ਪੜਾਅ ਡਾਕਟਰ ਗੁਰਮੀਤ ਦੇ ਖੋਜ ਕਾਰਜ ਤੋਂ ਬਾਅਦ ਸ਼ੁਰੂ ਹੁੰਦਾ ਹੈ ਅਤੇ ਹੁਣ ਤੱਕ ਜਾਰੀ ਹੈ। ਇਸ ਪੜਾਅ ਉੱਪਰ ਲੋਕ ਚਿਕਿਤਸਾ ਦੇ ਵੱਖ-ਵੱਖ ਪੱਖਾਂ ਬਾਰੇ ਨਿਰੋਲ ਰੂਪ ਵਿੱਚ ਕੁਝ ਉਪਾਧੀ ਸਾਪੇਖ ਖੋਜ ਕਾਰਜ ਪ੍ਰਾਪਤ ਹੁੰਦੇ ਹਨ ਅਤੇ ਕੁਝ ਥਾਵਾਂ ਉੱਪਰ ਲੋਕ ਚਿਕਿਤਸਾ ਦਾ ਅਧਿਐਨ ਲੋਕਧਾਰਾ ਦੀ ਕਿਸੇ ਹੋਰ ਵੰਨਗੀ ਨਾਲ ਜੁੜ ਕੇ ਅਧਿਐਨ ਦੇ ਪ੍ਰਸੰਗ ਵਿੱਚ ਕਿੱਤਾ ਪ੍ਰਾਪਤ ਹੁੰਦਾ ਹੈ। ਇਹਨਾਂ ਖੋਜ ਕਾਰਜਾਂ ਵਿੱਚੋਂ ਡਾਕਟਰ ਗੁਰਮੀਤ ਸਿੰਘ ਦਾ ਕੰਮ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ, ਜਿਸ ਵਿੱਚ ਲੋਕ ਚਿਕਿਤਸਾ ਜ਼ਿਲ੍ਹਾ ਗੁਰਦਾਸਪੁਰ ਅਤੇ ਅੰਮ੍ਰਿਤਸਰ 'ਤੇ ਆਧਾਰਿਤ ਹੈ। ਪੰਜਾਬੀ ਲੋਕਧਾਰਾ ਅਧਿਐਨ ਅੰਦਰ ਲੋਕ ਚਿਕਿਤਸਾ ਬਾਬਤ ਇਹ ਮਿਆਰੀ ਕਿਸਮ ਦਾ ਕੰਮ ਹੈ। ਡਾਕਟਰ ਗੁਰਮੀਤ ਦੇ ਇਸ ਖੋਜ ਕਾਰਜ ਨਾਲ ਲੋਕਧਾਰਾ ਦੇ ਨਾਲ ਲੋਕ ਚਿਕਿਤਸਾ ਅਧਿਐਨ ਲਈ ਵੀ ਨਵੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ। ਡਾਕਟਰ ਗੁਰਮੀਤ ਦੇ ਖੋਜ ਕਾਰਜ ਨਾਲ ਪੰਜਾਬੀ ਲੋਕ ਚਿਕਿਤਸਾ ਅਧਿਐਨ ਸਰਲ ਅਤੇ ਸਤਹੀ ਵਿਆਖਿਆ, ਧੁੰਦਲੇਪਨ ਅਤੇ ਅਸਪਸ਼ਟਤਾ ਵਿੱਚੋਂ ਨਿਕਲ ਕੇ ਵੱਖ-ਵੱਖ ਅਨੁਸ਼ਾਸਨਾਂ ਜਿਵੇਂ ਕਿ ਮਾਨਵ ਵਿਗਿਆਨ, ਮਨੋਵਿਗਿਆਨ, ਭੂਗੋਲ, ਇਤਿਹਾਸ ਆਦਿ ਦੇ ਸੰਦਰਭ ਵਿੱਚ ਨਵੇਂ ਅਰਥ ਗ੍ਰਹਿਣ ਕਰਦਾ ਹੈ। ਲੇਕਿਨ ਸਮਕਾਲੀ ਲੋਕਧਾਰਾ ਅਧਿਐਨ ਦੇ ਪ੍ਰਸੰਗ ਵਿੱਚ ਇਸ ਖੋਜ ਕਾਰਜ ਦਾ ਅਧਿਐਨ ਕਰਨ ਉਪਰੰਤ ਇਸ ਖੋਜ ਕਾਰਜ ਦੀਆਂ ਕੁਝ ਸੀਮਾਵਾਂ ਸਾਹਮਣੇ ਆਉਂਦੀਆਂ ਹਨ। ਇਹਨਾਂ ਵਿੱਚੋਂ ਸਭ ਤੋਂ ਪਹਿਲੀ ਅਤੇ ਮਹੱਤਵਪੂਰਨ ਸੀਮਾ ਡਾਕਟਰ ਗੁਰਮੀਤ ਦਾ ਲੋਕ ਚਿਕਿਤਸਾ ਨੂੰ ਨਿਰੋਲ ਪਰੰਪਰਾ ਨਾਲ ਸੰਬੰਧਿਤ ਕਰਕੇ ਦੇਖਣਾ ਹੈ। ਉਹਨਾਂ ਨੇ ਆਪਣੇ ਖੋਜ ਕਾਰਜ ਵਿੱਚ ਧਾਰਨਾ ਦਿੱਤੀ ਹੈ ਕਿ ਲੋਕ ਚਿਕਿਤਸਾ ਦਾ ਸੰਬੰਧ ਉਹਨਾਂ ਪਰੰਪਰਾਗਤ ਇਲਾਜ ਵਿਧੀਆਂ ਨਾਲ ਹੈ ਜਿਨ੍ਹਾਂ ਨੂੰ ਲੋਕ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਵਰਤਦੇ ਹਨ। ਇਸ ਵਿੱਚ ਜਾਦੂ ਟੂਣੇ, ਜੰਤਰ ਮੰਤਰ, ਧਾਗੇ, ਤਵੀਤ, ਝਾੜ ਫੂਕ ਅਤੇ ਧਾਰਮਿਕ ਵਿਸ਼ਵਾਸਾਂ ਅਤੇ ਰਹੁ ਰੀਤਾਂ ਦੇ ਨਾਲ ਅੰਸ਼ਿਕ ਜੜੀ ਬੂਟੀ ਅਤੇ ਅੰਸ਼ਿਕ ਜਾਦੂ ਧਰਮ ਨਾਲ ਸੰਬੰਧਿਤ ਇਲਾਜ ਵਿਧੀਆਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਸਮਕਾਲੀ ਲੋਕਧਾਰਾ ਅਧਿਐਨ ਦੇ ਪ੍ਰਸੰਗ ਵਿੱਚ ਕਿਹਾ ਜਾ ਸਕਦਾ ਹੈ ਕਿ ਇਸ ਪਰਿਭਾਸ਼ਾ ਵਿੱਚ ਵਰਤਿਆ ਗਿਆ ਸ਼ਬਦ ਪਰੰਪਰਾ ਸਮੱਸਿਆਗ੍ਰਸਤ ਹੈ। ਇਸ ਦਾ ਕਾਰਨ ਹੈ ਕਿ ਲੋਕ ਚਿਕਿਤਸਾ ਦਾ ਸੰਬੰਧ ਪਰੰਪਰਾਗਤ ਇਲਾਜ ਵਿਧੀਆਂ ਨਾਲ ਜ਼ਰੂਰ ਹੈ, ਪਰੰਤੂ ਲੋਕ ਚਿਕਿਤਸਾ ਇੱਕ ਅਜਿਹਾ ਵਰਤਾਰਾ ਹੈ ਜੋ ਨਿਰੰਤਰਤਾ 'ਚ ਕਾਰਜਸ਼ੀਲ ਹੈ। ਲੋਕ ਅਨੁਭਵ ਹਮੇਸ਼ਾ ਪ੍ਰਚਲਿਤ ਹੋਈ ਬਿਮਾਰੀ ਦੇ ਇਲਾਜ ਲਈ ਓੜ-ਪੋੜ ਕਰਦਾ ਰਹਿੰਦਾ ਹੈ, ਜਿਵੇਂ ਕਿ ਇਸ ਸਮੇਂ ਡੇਂਗੂ ਲਈ ਬੱਕਰੀ ਦਾ ਦੁੱਧ, ਨਾਰੀਅਲ ਪਾਣੀ, ਜਲੇ ਹੋਏ ਅੰਗ 'ਤੇ ਕੋਲਗੇਟ ਲਾਉਣਾ, ਕਿਸੇ ਪਸ਼ੂ ਦੇ ਕੀੜੇ ਬਾਹਰ ਕੱਢਣ ਲਈ ਪੈਟਰੋਲ ਅਤੇ ਕਾਲੇ ਤੇਲ ਦਾ ਪ੍ਰਯੋਗ ਕਰਨਾ, ਤੇਜ਼ਾਬ ਦੇ ਅਸਰ ਨੂੰ ਘਟਾਉਣ ਲਈ ਦੁੱਧ ਦਾ ਉਪਯੋਗ ਕਰਨਾ ਆਦਿ ਉਦਾਹਰਨਾਂ ਤੋਂ ਸਪਸ਼ਟ ਹੈ ਕਿ ਲੋਕ ਚਿਕਿਤਸਾ ਨਿਰੋਲ ਰੂਪ ਵਿੱਚ ਪਰੰਪਰਾਗਤ ਨਹੀਂ ਹੁੰਦੀ, ਸਗੋਂ ਇਸ ਦਾ ਇੱਕ ਪੱਖ ਸਮਕਾਲ ਨਾਲ ਜੁੜਿਆ ਰਹਿੰਦਾ ਹੈ। ਇਸ ਤੋਂ ਇਲਾਵਾ ਇਹ ਹੈਰਾਨੀ ਦੀ ਗੱਲ ਹੈ ਕਿ ਡਾਕਟਰ ਗੁਰਮੀਤ ਲੋਕਧਾਰਾ ਦੇ ਪ੍ਰਸੰਗ ਵਿੱਚ ਪਰੰਪਰਾ ਦੀ ਇਹਨਾਂ ਅਰਥਾਂ ਵਿੱਚ ਵਰਤੋਂ ਨਹੀਂ ਕਰਦੀ। ਉਹ ਪੰਜਾਬੀ ਲੋਕਧਾਰਾ ਅਧਿਐਨ ਅੰਦਰ ਪਹਿਲੇ ਲੋਕਧਾਰਾ ਸ਼ਾਸਤਰੀ ਹਨ ਜਿਹੜੇ ਲੋਕਧਾਰਾ ਨੂੰ ਸਮਕਾਲ ਦੀ ਪੈਦਾਵਾਰ ਨਾਲ ਜੋੜ ਕੇ ਦੇਖਦੇ ਹਨ। ਇਸ ਸੰਦਰਭ ਵਿੱਚ ਕਿਹਾ ਜਾ ਸਕਦਾ ਹੈ ਕਿ ਲੋਕ ਚਿਕਿਤਸਾ ਨੂੰ ਕੇਵਲ ਇਲਾਜ ਦੇ ਪਰੰਪਰਾਗਤ ਤਰੀਕੇ ਕਹਿਣ ਦੀ ਬਜਾਏ ਕਿਸੇ ਲੋਕ ਸਮੂਹ ਦੁਆਰਾ ਪ੍ਰਵਾਨਿਤ ਦੇਸੀ ਇਲਾਜ ਵਿਧੀਆਂ ਕਿਹਾ ਜਾ ਸਕਦਾ ਹੈ। ਡਾਕਟਰ ਗੁਰਮੀਤ ਤੋਂ ਬਾਅਦ ਦੇ ਖੋਜ ਕਾਰਜਾਂ ਵਿੱਚ ਜੇਕਰ ਗੱਲ ਕਰੀਏ ਤਾਂ ਭੁਪਿੰਦਰ ਸਿੰਘ ਖਹਿਰਾ ਦੀ ਪੁਸਤਕ ਲੋਕਯਾਨ ਭਾਸ਼ਾ ਅਤੇ ਸੱਭਿਆਚਾਰ ਦਾ ਇੱਕ ਇੰਦਰਾਜ ਹੈ, ਜਿਹਦੇ 'ਚ ਉਹ ਲੋਕ ਚਿਕਿਤਸਾ ਬਾਰੇ ਗੱਲ ਕਰਦੇ ਨੇ। ਪ੍ਰੋਫੈਸਰ ਕਿਰਪਾਲ ਕਜ਼ਾਕ ਦੀ ਕਿਤਾਬ ਹੈ ਇੱਕ, ਉਹਦੇ 'ਚ ਇੱਕ ਉਹਨਾਂ ਦਾ ਆਰਟੀਕਲ ਹੈ ਲੋਕ ਪਰੰਪਰਾ ਅਤੇ ਕਬੀਲਾ ਸੱਭਿਆਚਾਰ। ਮਨਜੀਤ ਸਿੰਘ ਦੁਆਰਾ ਲਿਖਿਆ ਇੱਕ ਖੋਜ ਪੱਤਰ ਪ੍ਰਾਪਤ ਹੁੰਦਾ ਹੈ ਪੰਜਾਬੀ ਲੋਕਧਾਰਾ ਵਿੱਚ ਧੂਣੀ ਨਾਲ ਜੁੜੇ ਸੰਕਲਪ ਅਤੇ ਪ੍ਰਸੰਗ। ਪ੍ਰੋਫੈਸਰ ਜੀਤ ਸਿੰਘ ਜੋਸ਼ੀ ਦੀ ਕਿਤਾਬ ਲੋਕਧਾਰਾ ਸਿਧਾਂਤ ਅਤੇ ਵਿਸ਼ਲੇਸ਼ਣ ਦਾ ਇੱਕ ਆਰਟੀਕਲ ਇੱਦਾਂ ਦਾ ਮਿਲਦਾ ਹੈ। ਡਾਕਟਰ ਹਰਿੰਦਰ ਸਿੰਘ ਦਾ ਖੋਜ ਕਾਰਜ ਪੰਜਾਬ ਦੇ ਬੌਰੀਆ ਕਬੀਲੇ ਦਾ ਸੱਭਿਆਚਾਰ ਮਾਨਵ ਵਿਗਿਆਨਿਕ ਅਧਿਐਨ 2015 'ਚ ਜਿਹੜਾ ਹੋਇਆ ਇਹ ਪ੍ਰਾਪਤ ਹੁੰਦਾ ਹੈ। ਅਤੇ ਡਾਕਟਰ ਗੁਰਮੀਤ ਤੋਂ ਬਾਅਦ ਰੁਪਿੰਦਰਜੀਤ ਗਿੱਲ ਦਾ ਖੋਜ ਕਾਰਜ ਪ੍ਰਾਪਤ ਹੁੰਦਾ ਹੈ ਜਿਹੜਾ ਹੈਗਾ ਲੋਕਧਾਰਾ ਅਤੇ ਜਾਦੂ ਚਿਕਿਤਸਾ। ਨਵਰੀਤ ਕੌਰ ਦਾ ਖੋਜ ਨਿਬੰਧ ਇੱਕ ਪ੍ਰਾਪਤ ਹੁੰਦਾ ਹੈ ਲੋਕ ਚਿਕਿਤਸਾ ਦੇ ਮੰਤਰ, ਸਿਧਾਂਤ ਅਤੇ ਸਰੂਪ। ਹਰਜਿੰਦਰ ਕੌਰ ਦਾ ਖੋਜ ਨਿਬੰਧ ਅਰੋਗਤਾ ਲਈ ਪ੍ਰਚਲਿਤ ਘਰੇਲੂ ਟੋਟਕੇ ਸੰਕਲਨ ਅਤੇ ਵਿਸ਼ਲੇਸ਼ਣ। ਪੂਨਮ ਖਹਿਰਾ ਦਾ ਖੋਜ ਪ੍ਰਬੰਧ ਲੋਕ ਖਾਣ ਪਕਾਣ ਲੋਕਧਾਰਾਈ ਅਧਿਐਨ। ਜਸਵੀਰ ਕੌਰ ਦਾ ਖੋਜ ਨਿਬੰਧ ਰੁੱਖ ਪੂਜਾ ਦਾ ਮਾਨਵ ਵਿਗਿਆਨਕ ਅਧਿਐਨ। ਅਮਨਦੀਪ ਕੌਰ ਦਾ ਖੋਜ ਨਿਬੰਧ ਤੁਲਸੀ ਨਾਲ ਸੰਬੰਧਿਤ ਲੋਕਧਾਰਾ। ਗੁਰਦੇਵ ਸਿੰਘ ਦਾ ਖੋਜ ਨਿਬੰਧ ਪੰਜਾਬੀ ਲੋਕ ਜੀਵਨ ਵਿੱਚ ਧਾਰਮਿਕ ਡੇਰਾ, ਸਰੂਪ ਅਤੇ ਪ੍ਰਕਾਰਜ ਆਦਿ ਖੋਜ ਕਾਰਜ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਵਿੱਚ ਸਿੱਧੇ ਅਸਿੱਧੇ ਦੋਵਾਂ ਰੂਪਾਂ ਵਿੱਚ ਲੋਕ ਚਿਕਿਤਸਾ ਦਾ ਵੇਰਵਾ ਆਇਆ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਖੋਜਾਰਥੀਆਂ ਦੇ ਅਧਿਐਨ ਦੀ ਮੁੱਖ ਪ੍ਰਾਪਤੀ ਲੋਕ ਚਿਕਿਤਸਾ ਨਾਲ ਸੰਬੰਧਿਤ ਸਮੱਗਰੀ ਦੇ ਵਿਵਸਥਿਤ ਸੰਕਲਨ ਅਤੇ ਵਰਗੀਕਰਨ ਨੂੰ
ਕਿਹਾ ਜਾ ਸਕਦਾ ਹੈ। ਇਸ ਦਾ ਕਾਰਨ ਹੈ ਕਿ ਇਹਨਾਂ ਤਕਰੀਬਨ ਸਾਰੇ ਹੀ ਖੋਜ ਕਾਰਜਾਂ ਵਿੱਚ ਲੋਕ ਚਿਕਿਤਸਾ ਦਾ ਅਧਿਐਨ ਕਰਨ ਦੀ ਬਜਾਏ ਵਿਆਖਿਆ ਵਿਧੀ ਦੀ ਵਰਤੋਂ ਹੋਈ ਹੈ। ਹਾਲਾਂਕਿ ਕੁਝ ਖੋਜ ਕਾਰਜਾਂ ਵਿੱਚ, ਜਿਵੇਂ ਮਨਜੀਤ ਸਿੰਘ ਦੇ ਲੇਖ ਵਿੱਚ, ਅਧਿਐਨ ਅਤੇ ਵਿਸ਼ਲੇਸ਼ਣ ਦੀਆਂ ਗੰਭੀਰ ਕੋਸ਼ਿਸ਼ਾਂ ਅਤੇ ਨਤੀਜੇ ਵਜੋਂ ਬਿਹਤਰ ਪੜ੍ਹਤ ਅਤੇ ਸਮਝ ਦੀਆਂ ਸੰਭਾਵਨਾਵਾਂ ਦੇਖੀਆਂ ਜਾ ਸਕਦੀਆਂ ਨੇ। ਇਸੇ ਤਰ੍ਹਾਂ ਹੀ ਡਾਕਟਰ ਖਹਿਰਾ ਲੋਕ ਵਿਸ਼ਵਾਸਾਂ ਅਤੇ ਜਾਦੂ ਦੇ ਸੰਬੰਧ 'ਚ ਗੱਲ ਕਰਦੇ ਨੇ ਚਿਕਿਤਸਾ ਬਾਰੇ। ਉਹ ਕਾਫੀ ਗਹਿਨ ਪੜ੍ਹਤ ਹੈ ਜਿਹੜੀ ਉਹਨਾਂ ਦੀ ਉਹ 'ਚੋਂ ਝਲਕਦੀ ਹੈ। ਲੇਕਿਨ ਸਮੁੱਚੇ ਰੂਪ ਵਿੱਚ ਅਜੇ ਲੋਕ ਚਿਕਿਤਸਾ ਦਾ ਖੇਤਰ ਸਮੱਗਰੀ ਦੇ ਇਕੱਤਰੀਕਰਨ ਨਾਲ ਵਧੇਰੇ ਸੰਬੰਧਿਤ ਮੰਨਿਆ ਜਾ ਸਕਦਾ ਹੈ। ਇਸ ਵਿੱਚ ਸਿਧਾਂਤਕਾਰੀ ਦੇ ਪੱਖ ਤੋਂ ਡਾਕਟਰ ਗੁਰਮੀਤ ਦੇ ਖੋਜ ਕਾਰਜ ਤੋਂ ਅਗਲੇਰੀ ਚਰਚਾ ਜਾਂ ਖੋਜ ਸਾਹਮਣੇ ਨਹੀਂ ਆਈ। ਇਸ ਪ੍ਰਸੰਗ ਵਿੱਚ ਕਿਹਾ ਜਾ ਸਕਦਾ ਹੈ ਕਿ ਲੋਕ ਚਿਕਿਤਸਾ ਵਿੱਚ ਇਲਾਜ ਦੇ ਬਹੁਤ ਸਾਰੇ ਢੰਗ, ਪ੍ਰਣਾਲੀਆਂ ਅਤੇ ਪੱਧਤੀਆਂ ਸ਼ਾਮਲ ਹਨ ਜੋ ਇੱਕ ਦੂਜੇ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਕਈ ਵਾਰ ਪੂਰੀ ਤਰ੍ਹਾਂ ਸੁਤੰਤਰ ਵਜੂਦ ਰੱਖਦੀਆਂ ਹਨ। ਲੋਕ ਚਿਕਿਤਸਾ ਦੇ ਸੰਜੀਦਾ ਅਧਿਐਨ ਤੋਂ ਅੰਦਾਜ਼ਾ ਹੁੰਦਾ ਹੈ ਕਿ ਆਧੁਨਿਕ ਇਲਾਜ ਢੰਗ ਵਾਂਗ ਲੋਕ ਚਿਕਿਤਸਾ ਅੰਦਰ ਵੀ ਵੱਖ-ਵੱਖ ਕਿਸਮਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਵੱਖ-ਵੱਖ ਢੰਗ ਵਰਤੇ ਜਾਂਦੇ ਹਨ ਅਤੇ ਇਹਨਾਂ ਢੰਗਾਂ ਦੇ ਮਾਹਿਰ ਦੀ ਭੂਮਿਕਾ ਆਧੁਨਿਕ ਮੈਡੀਕਲ ਵਿਸ਼ੇਸ਼ੱਗ ਵਾਲੀ ਹੀ ਹੁੰਦੀ ਹੈ। ਲੋਕ ਚਿਕਿਤਸਾ ਦੀ ਅਜਿਹੀ ਸੰਗਠਿਤ ਸੰਰਚਨਾਤਮਕ ਅਤੇ ਵਿਵਸਥਿਤ ਪ੍ਰਕਿਰਤੀ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਇਸ ਵਿੱਚ ਕਿਸੇ ਲੋਕ ਸਮੂਹ ਦੀ ਸਥਾਨਕ ਬਿਮਾਰੀਆਂ ਬਾਰੇ ਸਮਝ ਦੇ ਨਾਲ ਉਹਨਾਂ ਦੇ ਸਥਾਨਕ ਇਲਾਜ ਬਾਰੇ ਅਨੁਭਵ ਆਧਾਰਿਤ ਪੈਦਾ ਹੋਈ ਸਮਝ ਸ਼ਾਮਲ ਹੁੰਦੀ ਹੈ। ਹਾਲਾਂਕਿ ਲੋਕ ਚਿਕਿਤਸਾ ਦੇ ਇਸ ਪੱਖ ਨੂੰ ਅਜੇ ਪੰਜਾਬੀ ਲੋਕਧਾਰਾ ਅਧਿਐਨ ਦਾ ਹਿੱਸਾ ਨਹੀਂ ਬਣਾਇਆ ਗਿਆ। ਜੇਕਰ ਲੋਕ ਚਿਕਿਤਸਾ ਦੀ ਸੰਰਚਨਾਤਮਕ ਜਾਂ ਢਾਂਚਾਗਤ ਬਣਤਰ ਦੇ ਪ੍ਰਸੰਗ ਅਧੀਨ ਪੰਜਾਬ ਦੀ ਲੋਕ ਚਿਕਿਤਸਾ ਨੂੰ ਵਿਚਾਰੀਏ ਤਾਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਵਿੱਚ ਲੋਕ ਚਿਕਿਤਸਾ ਦੇ ਦੋ ਮੁੱਖ ਕੇਂਦਰ ਹਨ। ਇਹਨਾਂ ਵਿੱਚੋਂ ਪਹਿਲਾ ਕੇਂਦਰ ਰਿਸ਼ੀਆਂ, ਸਿਆਣਿਆਂ, ਮਾਂਦਰੀਆਂ, ਤਾਂਤਰਿਕਾਂ, ਵੈਦਾਂ, ਸਾਧਾਂ, ਸੰਤਾਂ, ਮਹੰਤਾਂ ਅਤੇ ਡੇਰੇਦਾਰਾਂ ਰਾਹੀਂ ਇਲਾਜ ਦੀ ਵਿਧੀ ਹੈ। ਇਹ ਵਿਧੀ ਇੱਕ ਤਰ੍ਹਾਂ ਵਿਸ਼ੇਸ਼ੱਗਾਂ ਦੀ ਵਿਧੀ ਹੈ ਕਿਉਂਕਿ ਇਹ ਸਾਰੇ ਲੋਕ ਆਯੁਰਵੇਦ ਆਦਿ ਇਲਾਜ ਪੱਧਤੀਆਂ ਦੇ ਅਧੀਨ ਰੋਗਾਂ ਦੇ ਇਲਾਜ ਲਈ ਸੁਚੇਤ ਤੌਰ 'ਤੇ ਨਵੀਆਂ ਖੋਜਾਂ ਕਰਨ ਦਾ ਕੰਮ ਹੈ ਜਿਹੜਾ ਉਹ ਕਰਦੇ ਰਹਿੰਦੇ ਨੇ। ਇਹਨਾਂ ਤੋਂ ਇਲਾਵਾ ਦੂਜਾ ਕੇਂਦਰ ਆਮ ਲੋਕਾਂ ਰਾਹੀਂ ਹੋਣ ਵਾਲੇ ਇਲਾਜ ਦਾ ਹੈ। ਇਸ ਦਾ ਸਪਸ਼ਟ ਅਰਥ ਹੈ ਕਿ ਸਧਾਰਨ ਲੋਕਾਂ ਨੇ ਆਪਣੇ ਤਜਰਬਿਆਂ ਅਤੇ ਜੀਵਨ ਅਨੁਭਵ ਵਿੱਚੋਂ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਬਹੁਤ ਸਾਰੇ ਨੁਸਖੇ ਤੈਅ ਕੀਤੇ ਹਨ ਜੋ ਪੀੜ੍ਹੀ ਦਰ ਪੀੜ੍ਹੀ ਸੰਚਾਰਿਤ ਹੁੰਦੇ ਹਨ। ਅਸਲ ਵਿੱਚ ਆਮ ਲੋਕਾਂ ਲਈ ਲੋਕ ਚਿਕਿਤਸਾ ਦਾ ਮਾਡਲ ਲਗਾਤਾਰ ਕੀਤੇ ਜਾਣ ਵਾਲੇ ਪ੍ਰਯੋਗਾਂ ਦਾ ਮਾਡਲ ਹੈ। ਇਸ ਮਾਡਲ ਦੀ ਮੁੱਖ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਕਿਸੇ ਪ੍ਰਯੋਗ ਦੀ ਸਫਲਤਾ ਤੋਂ ਪਾਰ ਪ੍ਰਯੋਗ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ ਕਿਸੇ ਪ੍ਰਯੋਗ ਵਿੱਚ ਸਫਲ ਹੋਣ ਤੋਂ ਬਾਅਦ ਵੀ ਲੋਕ ਪ੍ਰਯੋਗ ਕਰਨਾ ਨਹੀਂ ਛੱਡਦੇ। ਉਹ ਇਲਾਜ ਦੇ ਹੋਰ ਵਧੇਰੇ ਬਦਲ ਪ੍ਰਾਪਤ ਕਰਨ ਲਈ ਲਗਾਤਾਰ ਪ੍ਰਯੋਗ ਕਰਦੇ ਰਹਿੰਦੇ ਹਨ। ਇੰਨਾ ਹੀ ਨਹੀਂ, ਕਿਸੇ ਨੁਸਖੇ ਦੇ ਪਤਾ ਲੱਗਣ ਉਪਰੰਤ ਉਸ ਨੂੰ ਬਦਲਵੇਂ ਜਾਂ ਉਸੇ ਰੂਪ ਵਿੱਚ ਕਿਸੇ ਹੋਰ ਇਲਾਜ ਲਈ ਵਰਤਣ ਦੇ ਕੀਤੇ ਜਾਂਦੇ ਪ੍ਰਯੋਗ ਲੋਕਾਂ ਵੱਲੋਂ ਆਮ ਹੀ ਕੀਤੇ ਜਾਂਦੇ ਹਨ। ਇਸ ਤਰ੍ਹਾਂ ਲੋਕ ਚਿਕਿਤਸਾ ਦਾ ਅਭਿਆਸ ਨਿਰੰਤਰ ਚੱਲਦਾ ਰਹਿੰਦਾ ਹੈ ਅਤੇ ਇਲਾਜ ਦੇ ਸੰਬੰਧ ਵਿੱਚ ਨਵਾਂ ਗਿਆਨ ਲੋਕ ਚੇਤਨਾ ਦਾ ਹਿੱਸਾ ਬਣਦਾ ਰਹਿੰਦਾ ਹੈ। ਸੰਖੇਪ ਵਿੱਚ ਇਹ ਜਨ ਸਧਾਰਨ ਦਾ ਵਿਗਿਆਨ ਹੈ ਜਿਹੜਾ ਉਹਨਾਂ ਨੇ ਆਪਣੇ ਅਨੁਭਵ ਵਿੱਚੋਂ ਸਥਾਪਿਤ ਕੀਤਾ ਹੈ। ਇਸ ਵਿੱਚ ਕੁਝ ਵਿਸ਼ੇਸ਼ ਵਿਅਕਤੀ ਅਤੇ ਸੰਸਥਾਵਾਂ ਇੱਕੋ ਸਮੇਂ ਇੱਕੋ ਜਿੰਨੀ ਮਹੱਤਤਾ ਨਾਲ ਕਾਰਜਸ਼ੀਲ ਰਹਿੰਦੀਆਂ ਹਨ ਜਿਵੇਂ ਕਿ ਆਮ ਲੋਕ, ਸੁਆਣੀਆਂ, ਸਿਆਣੇ, ਮਾਂਦਰੀ, ਤਾਂਤਰਿਕ, ਵੈਦ, ਸਾਧ ਸੰਪਰਦਾਵਾਂ ਅਤੇ ਕੁਝ ਖਾਸ ਸਥਾਨ ਜਿਹੜੇ ਹੁੰਦੇ ਨੇ ਉਹ ਵੀ ਲੋਕ ਚਿਕਿਤਸਾ ਨਾਲ ਸੰਬੰਧਿਤ ਹੁੰਦੇ ਨੇ। ਇਸ ਤਰ੍ਹਾਂ ਸਪਸ਼ਟ ਹੈ ਕਿ ਲੋਕ ਚਿਕਿਤਸਾ ਦਾ ਪ੍ਰਬੰਧ ਮੁੱਖ ਤੌਰ 'ਤੇ ਸਥਾਨਕਤਾ ਅਤੇ ਸਮੂਹਿਕਤਾ ਦੇ ਦੋ ਤੱਤਾਂ ਉੱਪਰ ਆਧਾਰਿਤ ਹੈ। ਇਹ ਦੋਵੇਂ ਪੰਜਾਬੀ ਲੋਕ ਚਿਕਿਤਸਾ ਦੇ ਕੇਂਦਰੀ ਤੱਤ ਹਨ ਜਿਨ੍ਹਾਂ ਉੱਪਰ ਪੰਜਾਬੀ ਲੋਕ ਚਿਕਿਤਸਾ ਦਾ ਸਮੁੱਚਾ ਪ੍ਰਬੰਧ ਉਸਰਿਆ ਹੋਇਆ ਹੈ। ਸੰਖੇਪ ਵਿੱਚ ਪੰਜਾਬ ਦੀ ਲੋਕ ਚਿਕਿਤਸਾ ਦਾ ਅਧਿਐਨ ਅਜੇ ਮੁੱਢਲੇ ਪੜਾਅ ਉੱਪਰ ਹੈ ਜਿਸ ਕੋਲ ਲੋੜੀਂਦੀ ਇਕੱਤਰਿਤ ਸਮੱਗਰੀ ਦੀ ਵੀ ਘਾਟ ਹੈ। ਅਜਿਹੀ ਸਥਿਤੀ ਵਿੱਚ ਸਿਧਾਂਤਕ ਸਪਸ਼ਟਤਾ ਅਤੇ ਗਹਿਰਾਈ ਦੀ ਆਪਣੇ ਆਪ ਵਿੱਚ ਸੀਮਾ ਬਣ ਜਾਂਦੀ ਹੈ ਲੇਕਿਨ ਫਿਰ ਵੀ ਬਹੁਤ ਚੰਗੇ ਯਤਨ ਪ੍ਰਾਪਤ ਹੁੰਦੇ ਹਨ ਜਿਹੜੇ ਦਰਸਾਉਂਦੇ ਹਨ ਕਿ ਇਸ ਖੇਤਰ ਵਿੱਚ ਖੋਜ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਮੌਜੂਦ ਹਨ। ਉਦਾਹਰਨ ਲਈ ਪੰਜਾਬ ਵਿੱਚ ਕਬੀਲਿਆਂ ਦੀ ਲੋਕ ਚਿਕਿਤਸਾ ਬਾਰੇ ਕੋਈ ਅਧਿਐਨ ਪ੍ਰਾਪਤ ਨਹੀਂ ਹੁੰਦਾ ਜਦੋਂ ਕਿ ਅਜਿਹੇ ਕਈ ਕਬੀਲੇ ਮਿਲਦੇ ਹਨ ਜਿਹੜੇ ਮੁੱਖ ਤੌਰ 'ਤੇ ਇਲਾਜ ਲਈ ਹੀ ਜਾਣੇ ਜਾਂਦੇ ਹਨ ਜਿਵੇਂ ਕਿ ਯੋਗੀ ਕਬੀਲੇ ਦਾ ਜਿਹੜਾ ਅੱਖਾਂ ਸੰਬੰਧੀ ਚਿਕਿਤਸਾ ਹੈ ਜਿਹੜੀ ਉਹ ਕਾਫੀ ਪ੍ਰਚਲਿਤ ਹੈ ਲੋਕਾਂ 'ਚ। ਸਿੰਗੀਆਂ ਲਾਉਣ ਦਾ ਰੁਝਾਨ, ਯੋਗੀਆਂ ਦੁਆਰਾ ਸੱਪ ਦੇ ਕੱਟੇ ਦਾ ਇਲਾਜ ਆਦਿ ਕੁਝ ਉਦਾਹਰਨਾਂ ਹਨ। ਇਸ ਤੋਂ ਬਿਨਾਂ ਕੁਝ ਕਬੀਲੇ ਪਸ਼ੂ ਚਿਕਿਤਸਾ ਦੀ ਮੁਹਾਰਤ ਰੱਖਦੇ ਹਨ ਜਿਵੇਂ ਗੁੱਜਰ ਕਬੀਲਾ ਪਸ਼ੂ ਚਿਕਿਤਸਾ ਦੇ ਮਾਮਲੇ ਵਿੱਚ ਪ੍ਰਮੁੱਖ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਇਹ ਅਧਿਐਨ ਦਾ ਨਵਾਂ ਖੇਤਰ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਅਤੇ ਕਈ ਪੱਖਾਂ ਤੋਂ ਖੋਜ ਕਾਰਜ ਹੋਣ ਦੀਆਂ ਸੰਭਾਵਨਾਵਾਂ ਮੌਜੂਦ ਹਨ। ਮੈਂ ਇੱਕ ਲਾਸਟ ਗੱਲ ਕਰਨਾ ਚਾਹੂੰਗਾ ਕਿ ਜਿੰਨਾ ਵੀ ਹੁਣ ਤੱਕ ਲੋਕ ਚਿਕਿਤਸਾ ਬਾਰੇ ਕੰਮ ਹੋਇਆ ਉਹਦੇ 'ਚੋਂ ਜਿਹੜੀ ਜਾਦੂ ਅਤੇ ਟੂਣੇ ਨਾਲ ਸੰਬੰਧਿਤ ਲੋਕ ਚਿਕਿਤਸਾ ਹੈ ਉਹਦੇ 'ਚ ਇੱਕ ਗੱਲ ਵਾਰ-ਵਾਰ ਆਉਂਦੀ ਹੈ ਕਾਲੇ ਜਾਦੂ ਦੀ ਜਦੋਂ ਗੱਲ ਹੁੰਦੀ ਹੈ। ਖਹਿਰਾ ਸਾਹਿਬ ਨੇ ਵੀ ਕੀਤੀ ਹੈ, ਜੋਸ਼ੀ ਸਾਹਿਬ ਨੇ ਵੀ ਅਤੇ ਡਾਕਟਰ ਗੁਰਮੀਤ ਨੇ ਵੀ ਅਤੇ ਹੋਰ ਵੀ ਗਾਹੇ ਵਗਾਹੇ ਬਹੁਤ ਸਾਰੇ ਵਿਦਵਾਨਾਂ ਨੇ ਜਿਹੜੀ ਗੱਲ ਹੈ ਉਹ ਕੀਤੀ ਹੈ।
ਕਾਲੇ ਜਾਦੂ ਦਾ ਜਦੋਂ ਜ਼ਿਕਰ ਆਉਂਦਾ ਹੈ ਤਾਂ ਉਹਦੇ 'ਚ ਇਹ ਕਿਹਾ ਜਾਂਦਾ ਕਿ ਕਾਲਾ ਜਾਦੂ ਜਿਹੜਾ ਹੈਗਾ ਇਹ ਮਾਰਕ ਸ਼ਕਤੀ ਦੇ ਤੌਰ 'ਤੇ ਪ੍ਰਯੋਗ ਹੁੰਦਾ ਹੈ, ਜਾਂ ਮਤਲਬ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਜਾਂ ਮਾਰਨ ਲਈ, ਦੁਸ਼ਮਣ ਨੂੰ ਮਾਰਨ ਲਈ ਜਿਹੜੀ ਵਰਤੋਂ ਹੈ ਉਹ ਕੀਤੀ ਜਾਂਦੀ ਹੈ। ਇਹ ਲੋਕਧਾਰਾ ਦੇ ਵਿੱਚ ਇਸ ਤਰ੍ਹਾਂ ਚੱਲਿਆ ਆ ਰਿਹਾ। ਮੈਂ ਪਿਛਲੇ ਕੁਝ ਟਾਈਮ ਤੋਂ ਜਿਹੜਾ ਅਗਲੀ ਕਾਨਫਰੰਸ ਦੇ ਵਿੱਚ ਇੱਕ ਪੇਪਰ ਪੜ੍ਹਨਾ ਅਘੋਰੀ ਸਾਧਾਂ 'ਤੇ, ਉਹਦੇ 'ਚ ਮੈਂ ਕੁਝ ਦਿਨ ਉਹਨਾਂ ਕੋਲੇ ਰਿਹਾ ਉੱਥੇ, ਜਿੱਥੇ ਕਾਲੇ ਜਾਦੂ ਦੇ ਮਤਲਬ ਮੇਨ ਜਿਹੜਾ ਗੜ੍ਹ ਹੈ, ਉਹਨਾਂ ਦਾ ਕਹਿਣਾ ਇਹ ਹੈ ਕਿ ਕਾਲਾ ਜਾਦੂ ਸਿਰਫ ਕਿਸੇ ਨੂੰ ਮਾਰਨ ਲਈ ਪ੍ਰਯੋਗ ਨਹੀਂ ਹੁੰਦਾ, ਉਹਦੇ ਬਹੁਤ ਕੁਝ ਚੰਗੇ ਪ੍ਰਯੋਗ ਵੀ ਨੇ। ਜਿਵੇਂ ਡਾਕਟਰ ਜੋਸ਼ੀ ਨੇ ਇੱਕ ਥਾਂ 'ਤੇ ਗੱਲ ਕੀਤੀ ਹੈ ਕਿ ਪਿੰਡ ਦੇ ਵਿੱਚ ਨਾ ਪਸ਼ੂਆਂ ਨੂੰ ਜਦੋਂ ਕੋਈ ਰੋਗ ਹੋ ਜਾਂਦਾ ਤਾਂ ਬਣੀ ਕੀਤੀ ਜਾਂਦੀ ਹੈ। ਬਣੀ ਕਰਨ ਵਾਲੇ ਵੇਲੇ ਕੀ ਹੈ ਕਿ ਕਈ ਥਾਵਾਂ 'ਤੇ ਉਹ ਇੱਕ ਕਾਲੇ ਜਾਦੂ ਨਾਲ ਸੰਬੰਧਿਤ ਉਹ ਇੱਕ ਪ੍ਰਕਿਰਿਆ ਜਿਹਦੇ 'ਚ ਪਿੰਡ ਦੇ ਦੁਆਲੇ ਦੀ ਇੱਕ ਕੱਟਾ ਜਾਂ ਕੋਈ ਝੋਟਾ ਜਾਂ ਕੋਈ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਤੋਰਿਆ ਜਾਂਦਾ ਅਤੇ ਇੱਕ ਪਾਣੀ ਨਾਲ ਇੱਕ ਜਿਹੜੀ ਹੈਗੀ ਹੈ ਪਰਿਕਰਮਾ ਕੀਤੀ ਜਾਂਦੀ ਹੈ। ਉਹ ਕਾਲੇ ਜਾਦੂ ਨਾਲ ਸੰਬੰਧਿਤ ਆ। ਉਹ ਹੁਣ ਨੁਕਸਾਨ ਪਹੁੰਚਾਉਣ ਵਾਸਤੇ ਨਹੀਂ, ਉਹ ਆਫਤਾਂ ਤੋਂ ਬਚਾਉਣ ਲਈ ਹੈ। ਅਤੇ ਇਸੇ ਤਰ੍ਹਾਂ ਮਤਲਬ ਜਿਹੜੀ ਇਹ ਕਾਲੇ ਜਾਦੂ ਨਾਲ ਸੰਬੰਧਿਤ ਤਾਂਤਰਿਕ ਸੰਪਰਦਾਇ ਹੈ ਅਤੇ ਜਿਹੜੀ ਅਘੋਰੀਆਂ ਦੀ ਸੰਪਰਦਾਇ ਹੈ, ਇਹਦਾ ਜਿਹੜਾ ਸੰਬੰਧ ਆ ਕਾਲਾ ਮੁਖ ਸੰਪਰਦਾਇ ਨਾਲ, ਸ਼ਿਵ ਨਾਲ ਅਤੇ ਸ਼ੈਵ ਅਤੇ ਸ਼ਾਕਤ ਪੰਥੀ ਜਿਹੜੇ ਹੈਗੇ ਨੇ ਉਹਨਾਂ ਨਾਲ ਜਾ ਕੇ ਜੁੜਦਾ, ਕਿਉਂਕਿ ਉਹਨਾਂ 'ਚੋਂ ਇਹਦੇ ਨਾਂ ਪਿੱਛੇ ਵੀ ਜਿਹੜੀਆਂ ਚੀਜ਼ਾਂ ਨੇ ਉਹ ਤੈਅ ਹੋਣ ਦੇ ਵਿੱਚ ਜਿਹੜੇ ਮੁੱਖ ਫੈਕਟਰ ਰੋਲ ਅਦਾ ਕਰਦੇ ਨੇ ਉਹ ਹੈਗੇ ਨੇ ਕਿ ਇਹ ਸਾਰੇ ਕਾਲੇ ਕੁਲ ਦੀਆਂ ਜਿਹੜੀਆਂ ਦੇਵੀਆਂ ਨੇ ਅਤੇ ਕਾਲੇ ਕੁਲ ਦੇ ਜਿਹੜੇ ਦੇਵਤੇ ਨੇ ਉਹਨਾਂ ਨੂੰ ਮੰਨਣ ਵਾਲੇ ਨੇ ਇਹ ਸਾਰੇ, ਅਤੇ ਕਾਲੀ ਸਮੱਗਰੀ ਦਾ ਹੀ ਇਹਨਾਂ 'ਚ ਪ੍ਰਯੋਗ ਕੀਤਾ ਜਾਂਦਾ। ਬੇਸਿਕਲੀ ਇਹ ਸਾਰੀ ਜਿਹੜੀ ਹੈਗੀ ਆ ਮੇਰੀ ਇਹ ਲੱਗਦਾ ਮੈਨੂੰ ਇਸ ਤਰ੍ਹਾਂ ਕਿ ਸ਼ਾਇਦ ਇਹ ਦਰਾਵੀਡੀਅਨ ਜਿਹੜੀ ਜਾਦੂ ਚਿਕਿਤਸਾ ਉਹਦੇ ਨਾਲ ਕਿਤੇ ਨਾ ਕਿਤੇ ਜਾ ਕੇ ਇਹ ਸ਼ਾਇਦ ਜੁੜਦੀ ਹੋਵੇ। ਇਹਦਾ ਨਰੋਲ ਜਿਹੜਾ ਹੈਗਾ ਉਹ ਮਾਰਕ ਸ਼ਕਤੀ ਨਾਲ ਨਹੀਂ ਹੈਗਾ, ਮਾਰਨ ਲਈ ਪ੍ਰਯੋਗ ਨਹੀਂ ਹੁੰਦਾ। ਕਈ ਚੰਗੇ ਕੰਮਾਂ ਲਈ ਵੀ ਜਿਹੜਾ ਕਾਲਾ ਜਾਦੂ ਹੈ ਪ੍ਰਯੋਗ ਹੁੰਦਾ। ਧੰਨਵਾਦ।